पेट ਦੇ ਵਿੱਚ ਨਾ ਪੱਟੀ ਆਈ ਪਿੱਤੇ ਦੇ ਵਿੱਚ। ਦਿਖਾਓ ਕੋਈ ਅਲਟਰਾਸਾਊਂਡ ਹੋਇਆ। ਭਾਈ 13 ਸਾਲ ਹੋ ਗਏ ਮੈਨੂੰ ਦਵਾਈ ਖਾਣ ਨੂੰ। ਅਖੀਰਲਾ ਅਲਟਰਾਸਾਊਂਡ ਆ ਨਾ, ਹਾਂਜੀ। ਇਹਦੇ 'ਚ ਕੋਈ ਪੱਥਰੀ ਨਹੀਂ ਆਈ ਹੈਗੀ। ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਿੱਥੇ ਵੀ ਗਰੀਬ ਗੁਰਬਾ ਲੋੜਵੰਦ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਸ ਮਰੀਜ਼ ਦਾ ਇਲਾਜ ਕਰਵਾਇਆ ਜਾਂਦਾ ਹੈ। ਪਿਛਲੇ ਦਿਨੀ ਅਸੀਂ ਪਿੰਡ ਝੰਡੇਰ ਦੇ ਰਹਿਣ ਵਾਲੇ ਸਰਦਾਰ ਪਰਮਜੀਤ ਸਿੰਘ, ਉਹਨਾਂ ਦੀ ਸੁਪਤਨੀ ਭੈਣ ਜੀ ਰਣਜੀਤ ਕੌਰ, ਜਿਨ੍ਹਾਂ ਨੂੰ ਕਿ ਪਿਛਲੇ ਲੰਬੇਰੇ ਸਮੇਂ ਤੋਂ ਪੱਥਰੀ ਦੇ ਦਰਦ ਦੇ ਨਾਲ ਪੀੜਤ ਸਨ, ਅਤੇ ਆਪ ਸਭ ਸੰਗਤਾਂ ਦੇ ਹੁਲਾਰਾ ਸਦਕਾ ਅਸੀਂ ਉਹਨਾਂ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਹੌਸਪੀਟਲ ਅੱਜ ਲੈ ਕੇ ਆਏ ਸੀ। ਅਤੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਮਿਲ ਕੇ ਅਸੀਂ ਉਹਨਾਂ ਦੇ ਨਾਲ ਸਲਾਹ ਉਹਨਾਂ ਨੇ ਲੈਣੀ ਸੀ ਕਿ ਕਿਉਂਕਿ ਭੈਣ ਜੀ ਹੁਣੀ ਪਿਛਲੇ 12 ਸਾਲਾਂ ਤੋਂ ਪੱਥਰੀ ਦੇ ਨਾਲ ਪੀੜਤ ਸਨ, ਅਤੇ ਅੱਜ ਅਸੀਂ ਗੁਰੂ ਨਾਨਕ ਦੇਵ ਚੈਰੀਟੇਬਲ ਹੌਸਪੀਟਲ ਹੀ ਮੌਜੂਦ ਹਾਂ। ਅਤੇ ਡਾਕਟਰ ਸਾਹਿਬ ਇਸ ਵਕਤ ਸਾਡੇ ਕੋਲ ਹੀ ਹਨ। ਡਾਕਟਰ ਸਰਦਾਰ ਅਮਰਜੋਤ ਸਿੰਘ, ਜਿਹੜੇ ਕਿ ਪੱਥਰੀਆਂ ਦੇ ਡਾਕਟਰ ਸਪੈਸ਼ਲਿਸਟ ਨੇ, ਅਤੇ ਡਾਕਟਰ ਸਾਹਿਬ ਹੁਣਾਂ ਨਾਲ ਗੱਲਬਾਤ ਕਰਾਂਗੇ ਕਿ ਭੈਣ ਰਣਜੀਤ ਕੌਰ ਹੁਣਾਂ ਦੇ ਕੀ ਓਪਰੇਟ ਹੋਣਾ ਹੈ ਕਿ ਜਾਂ ਪੱਥਰੀ ਦੇ ਨਾਲ ਕੁਝ ਸਮਾਂ ਉਹਨਾਂ ਨੂੰ ਦਵਾਈ ਚੱਲੇਗੀ। ਸਾਡੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਪਰਿਵਾਰ ਦਾ ਸਾਨੂੰ ਪਤਾ ਲੱਗਾ ਸੀ ਕਿ ਝੰਡੇਰ ਪਿੰਡ ਦੇ ਵਿੱਚ ਭੈਣ ਜੀ ਰਣਜੀਤ ਕੌਰ, ਕਿਉਂਕਿ ਮਾਲੀ ਹਾਲਤ ਬਹੁਤ ਆਪ ਸਭ ਨੂੰ ਪਤਾ ਹੈ ਕਿ ਅੱਜ ਜਿੰਨੀ ਮਹਿੰਗਾਈ ਹੈ, ਜਿਹੜਾ ਬੰਦਾ ਦਿਹਾੜੀ ਕਰਦਾ ਹੈ ਉਹ 2 ਵਕਤ ਦੀ ਰੋਟੀ ਹੀ ਖਾ ਸਕਦਾ ਹੈ, ਅਤੇ ਪਿਛਲੇ 12 ਸਾਲਾਂ ਤੋਂ ਭੈਣ ਕਹਿੰਦੇ ਕਿ ਪੱਥਰੀ ਦੇ ਦਰਦ ਦੇ ਨਾਲ ਪੀੜਤ ਸਨ, ਅਤੇ ਅੱਜ ਅਸੀਂ ਉਹਨਾਂ ਨੂੰ ਸੰਗਤ ਜੀ ਦੇ ਹੁੰਗਾਰਾ ਸਦਕਾ ਗੁਰੂ ਨਾਨਕ ਦੇਵ ਚੈਰੀਟੇਬਲ ਹੌਸਪੀਟਲ ਲੈ ਕੇ ਆਏ ਸਾਂ, ਅਤੇ ਆਪ ਸਭ ਨੂੰ ਉਹਨਾਂ ਨੇ ਰਿਪੋਰਟਾਂ ਦਿਖਾਈਆਂ। ਅਤੇ ਕੀ ਲੱਗਦਾ ਹੈ ਤੁਹਾਨੂੰ ਕਿ ਉਹਨਾਂ ਦੀ ਲੰਮਾ ਸਮਾਂ ਦਵਾਈ ਚੱਲੇਗੀ ਹੋਰ ਕਿ ਜਾਂ ਓਪਰੇਟ ਕਰਵਾਉਣਾ ਪਵੇਗਾ? ਦੇਖੋ, ਜਿਹੜੇ ਇੱਦਾਂ ਦੇ ਪੇਸ਼ੈਂਟ ਹੁੰਦੇ ਨਾ, ਕਿਸੇ ਵੇਲੇ ਪ੍ਰੋਪਰ ਪੇਸ਼ੈਂਟ ਨੂੰ ਗਾਈਡੈਂਸ ਦੇਣੀ ਜ਼ਰੂਰੀ ਹੁੰਦੀ ਹੈ। ਪੇਸ਼ੈਂਟ ਕਿਸੇ ਵੇਲੇ ਇੱਕ ਜਗ੍ਹਾ ਤੋਂ ਮੈਡੀਸਨ ਲੈਂਦਾ, 4-5 ਦਿਨ ਲੈਂਦਾ, ਕਈ ਵਾਰ ਦਵਾਈ ਨਹੀਂ ਉਹਨੂੰ ਸੈੱਟ ਬਹਿੰਦੀ ਜਾਂ ਕਿਸੇ ਹੋਰ ਕੋਲ ਚਲੇ ਜਾਂਦਾ, ਨਵੇਂ ਸਿਰੋਂ ਫਿਰ ਦੁਬਾਰਾ ਉਸੇ ਟਰੀਟਮੈਂਟ 'ਤੇ, ਕਿਉਂਕਿ ਜੇ ਆਪਰੇਸ਼ਨ ਹੁੰਦਾ ਹੋਵੇ ਜਾਂ ਕੋਈ ਰਿਪੋਰਟ ਦੇ ਮੁਤਾਬਕ ਉਹੋ ਜਿਹੀ ਚੀਜ਼ ਹੋਵੇ ਤਾਂ ਆਪਰੇਸ਼ਨ ਹੋ ਜਾਣਾ ਚਾਹੀਦਾ ਸੀਗਾ। ਪਰ ਜੋ ਆਪਾਂ ਰਿਪੋਰਟਾਂ ਦੇਖੀਆਂ ਉਹਦੇ ਵਿੱਚ ਇਹੋ ਜਿਹੀ ਹਜੇ ਕੋਈ ਚੀਜ਼ ਲੱਗਦੀ ਨਹੀਂ ਪਈ ਵੀ ਜਿਹੜਾ ਆਪਾਂ ਨੂੰ ਆਪਰੇਸ਼ਨ ਦੀ, ਉਹ ਪੁਰਾਣੀਆਂ ਰਿਪੋਰਟਾਂ ਦਿਖਾਈਆਂ ਉਸ ਮੁਤਾਬਕ ਕੋਈ ਆਪਰੇਸ਼ਨ ਦੀ ਲੋੜ ਆ। ਸੋ ਜਿੱਦਾਂ ਦੀ ਉਹਨਾਂ ਨੇ ਤਕਲੀਫ ਦੱਸੀ ਹੈ ਉਸ ਹਿਸਾਬ ਨਾਲ ਆਪਾਂ ਨੂੰ ਇਹੀ ਹੈ ਵੀ ਮਰੀਜ਼ ਨੂੰ ਸਿੱਧੀ ਇੱਕ ਗਾਈਡੈਂਸ ਦੇ ਕੇ ਇੱਕ ਦਵਾਈ ਦੇ ਰਸਤੇ ਆਪਾਂ ਇੱਕ ਮੈਡੀਕਲ ਟਰੀਟਮੈਂਟ ਪਹਿਲਾਂ ਦੇਣਾ ਚਾਹੀਦਾ। ਫਿਰ ਅਗਰ ਉਹਨੂੰ ਨਹੀਂ ਰਿਸਪੌਂਡ ਕਰਦਾ ਅਤੇ ਆਪਾਂ ਫਰਦਰ ਉਹਦਾ ਵੈਲੂਏਟ ਕਰਾ ਕੇ ਦੇਖੀਏ ਵੀ ਕਿਉਂ ਨਹੀਂ ਰਿਸਪੌਂਡ ਕਰਦਾ, ਉਹ 'ਚ ਅਗਰ ਕੋਈ ਚੀਜ਼ ਮਿਸ ਕਰ ਰਹੇ ਹਾਂ ਅਸੀਂ, ਕਿਹੜੀ ਚੀਜ਼ ਮਿਸ ਕਰ ਰਹੇ ਹਾਂ। ਅਗਰ ਉਹਦੇ 'ਚ ਕੋਈ ਪੱਥਰੀ ਉਹੋ ਜਿਹੀ ਜਾਂ ਕੋਈ ਚੀਜ਼ ਆਪਰੇਟ ਵਾਲੀ ਚੀਜ਼ ਕੋਈ ਬਣਦੀ ਹੈ, ਫਿਰ ਉਹਨੂੰ ਆਪਰੇਸ਼ਨ ਦੀ ਲੋੜ ਆ। ਅਦਰਵਾਈਜ਼ ਉਹਨੂੰ ਪ੍ਰੋਪਰ ਇੱਕ ਮੈਡੀਕਲ ਟਰੀਟਮੈਂਟ ਚੱਲਣਾ ਚਾਹੀਦਾ, ਜਿਹੜਾ ਕਿ ਅਗਰ ਉਹਨੂੰ ਨਹੀਂ ਇੱਕ ਸੈੱਟ ਬਹਿ ਰਿਹਾ ਤਾਂ ਉਹਨੂੰ ਸੈਕਿੰਡ ਆਪਸ਼ਨ ਦਿੱਤੀ ਜਾਵੇ, ਜਿਹਦੇ ਨਾਲ ਹੌਲੀ ਹੌਲੀ ਮੈਡੀਕਲ ਟਰੀਟਮੈਂਟ ਨੂੰ ਉਹਨੂੰ ਹੌਲੀ ਹੌਲੀ ਫਰਕ ਪੈ ਜਾਣਾ ਚਾਹੀਦਾ। ਇਹ ਜ਼ਿਆਦਾਤਰ ਪੇਸ਼ੈਂਟਸ ਇਹੀ ਹੁੰਦੇ ਆ ਵੀ ਜਦੋਂ ਇੱਕ ਤੋਂ ਆਪਾਂ ਕੋਈ ਦੂਜੇ ਪੇਸ਼ੈਂਟ ਕੋਲ, ਕਿਉਂਕਿ ਕਈ ਵਾਰ ਪੇਸ਼ੈਂਟ ਵੀ ਇੱਦਾਂ ਦੇ ਹੁੰਦੇ ਆ, ਕੋਈ ਆਪਣੀ ਫਾਈਨੈਂਸ਼ੀਅਲ ਇਸ਼ੂਜ਼ ਕਰਕੇ ਕਹਿ ਸਕਦੇ ਹਾਂ ਵੀ ਜਦੋਂ ਨਹੀਂ ਠੀਕ ਹੁੰਦਾ ਦੂਸਰੇ ਡਾਕਟਰ ਕੋਲ ਚੱਲ ਜਾਂਦੇ, ਫਿਰ ਤੀਸਰੇ ਕੋਲ। ਹਰੇਕ ਨੇ ਆਪਦਾ ਟਰਿੱਕ ਜਦੋਂ ਅਪਣਾਉਂਦੇ ਆ, ਨਹੀਂ ਫਰਕ ਪੈਂਦਾ, ਫਿਰ ਪੇਸ਼ੈਂਟ ਕਈ ਸਮਾਂ ਦਵਾਈਆਂ ਹੀ ਖਾ ਕੇ ਚੱਲਦਾ ਰਹਿੰਦਾ, ਪਰ ਪੇਸ਼ੈਂਟ ਨੂੰ ਫਾਇਦਾ ਨਹੀਂ ਹੁੰਦਾ। ਡਾਕਟਰ ਸਾਹਿਬ, ਇੱਥੇ ਸੰਗਤਾਂ ਦੀ ਜਾਣਕਾਰੀ ਲਈ ਮੈਂ ਇੱਕ ਚੀਜ਼ ਪੁੱਛ ਰਿਹਾ ਕਿ ਆਪ ਨੇ ਦੇਖਿਆ ਉਹਨਾਂ ਦੀਆਂ ਰਿਪੋਰਟਾਂ, ਅਤੇ ਡਾਕਟਰ ਸਾਹਿਬ ਫਿਰ ਲੰਮਾ ਸਮਾਂ ਇਹਨਾਂ ਨੂੰ ਇਹ ਦਰਦ 'ਚੋਂ ਕਿਉਂ ਗੁਜ਼ਰਨਾ ਪਿਆ? ਕਿਉਂਕਿ ਜਿਵੇਂ ਭੈਣ ਜੀ ਹੁਣੀ ਦੱਸ ਰਿਹਾ ਸੀ ਕਿ ਪਿਛਲੇ 12 ਸਾਲਾਂ ਤੋਂ ਉਹਨਾਂ ਦਵਾਈ ਖਾਧੀ, ਹੋਰ ਡਾਕਟਰ ਸਾਹਿਬ ਨੂੰ ਮਿਲੇ। ਇਸ ਕੇਸ ਬਾਰੇ ਫਿਰ ਤੁਹਾਡੀ ਕੀ ਰਾਏ ਆ ਕਿ ਉਹਨਾਂ ਫਿਰ ਗਲਤ ਗਾਈਡੈਂਸ ਕੀਤਾ ਸੀ ਨਾ? ਨਹੀਂ, ਗਲਤ ਗਾਈਡੈਂਸ ਨਹੀਂ ਹੁੰਦੀ, ਕਿਉਂਕਿ ਦੇਖੋ ਕਈ ਪੇਟ ਦਰਦ ਦੇ ਕਈ ਕਾਰਨ ਹੁੰਦੇ ਆ। ਠੀਕ ਹੈ, ਪੇਟ ਦਰਦ ਦੇ ਕਾਰਨ, ਹਰ ਇੱਕ ਪੇਟ ਦਰਦ ਦਾ ਕਾਰਨ ਪੱਥਰੀ ਨਹੀਂ ਹੁੰਦਾ। ਬਹੁਤ ਵੱਡਾ ਇੱਕ ਕਾਮਨ ਕਾਜ਼ ਹੁੰਦਾ ਜਿਹਨੂੰ ਕਿ ਤੇਜ਼ਾਬੀ ਮੈਦਾ ਜਾਂ ਗੈਸਟਰਾਈਟਸ ਕਹਿ ਦਿੰਦੇ ਆ। ਠੀਕ ਹੈ, ਜਦੋਂ ਗੈਸਟਰਾਈਟਸ ਇੱਕ ਵਾਰ ਹੋਵੇ ਜਾਂ ਤੇਜ਼ਾਬੀ ਮੈਦਾ ਹੋਵੇ, ਉਹ ਆਮ ਤੌਰ 'ਤੇ ਤੁਸੀਂ ਵੀ ਦੇਖਿਆ ਹੋਣਾ, ਫਿਕਰ ਦੇ ਨਾਲ ਜਾਂ ਟੈਨਸ਼ਨ ਦੇ ਨਾਲ ਹੋਰ ਜ਼ਿਆਦਾ ਵੱਧ ਜਾਂਦੇ। ਸੋ ਜਦੋਂ ਮਰੀਜ਼ ਪੇਟ ਦਰਦ ਦੇ ਨਾਲ ਜਾਂ ਕਿਸੇ ਵੀ ਫਿਕਰ ਦੇ ਨਾਲ ਆਉਂਦਾ, ਉਹਨੂੰ ਆਪਾਂ ਕੋਈ ਵੀ ਦਵਾਈ ਦਿੰਦੇ ਹਾਂ, ਉਹਨੂੰ ਨਹੀਂ ਰਿਸਪੌਂਡ ਕਰ ਰਿਹਾ, ਉਹਦੀ ਫਿਕਰ ਹੋਰ ਵਧੀ ਜਾਂਦੀ ਹੈ। ਜਦ ਤਾਈਂ ਉਹਦਾ ਫਿਕਰ ਜਾਂ ਉਹ ਚੀਜ਼ਾਂ ਨਹੀਂ ਕੁਛ ਉਹਨੂੰ ਫਰਕ ਪਊਗਾ, ਉਹਦਾ ਜਿੰਨਾ ਫਿਕਰ ਵਧੀ ਜਾਊਗਾ ਤੇਜ਼ਾਬੀ ਮੈਦਾ ਹੋਰ ਵਧੀ ਜਾਊਗਾ। ਉਹ ਇੱਕ ਕਾਰਨ ਹੋ ਸਕਦਾ, ਉਹੀ ਇੱਕ ਕਾਰਨ ਹੋਵੇ ਵੀ ਜਿਹੜਾ ਦਰਦ ਨਹੀਂ ਠੀਕ ਹੋ ਰਹੀ ਹੈ। ਸੋ
ਸੋ ਇਹਦਾ ਕਾਰਨ ਮਤਲਬ ਇਹ ਨਹੀਂ ਹੈ ਵੀ ਪੱਥਰੀ ਹੈ ਜਾਂ ਕੁਛ ਹੋਰ ਆ। ਇਹੀ ਮੈਂ ਕਿਹਾ ਵੀ ਪ੍ਰੋਪਰ ਪੇਸ਼ੈਂਟ ਦੀ ਕਾਉਂਸਲਿੰਗ, ਪੇਸ਼ੈਂਟ ਥੋੜ੍ਹਾ ਪ੍ਰੋਪਰ ਤਰੀਕੇ ਨਾਲ ਸਮਝਾਉਣਾ ਚਾਹੀਦਾ, ਗਾਈਡੈਂਸ ਹੋਣੀ ਚਾਹੀਦੀ ਹੈ, ਅਤੇ ਪੇਸ਼ੈਂਟ ਦਾ ਵੀ ਥੋੜ੍ਹਾ ਵਿਸ਼ਵਾਸ ਬਣਨਾ ਚਾਹੀਦਾ, ਤਾਂ ਕਿ ਹੌਲੀ ਹੌਲੀ ਪੇਸ਼ੈਂਟ ਆਪਣਾ ਜਦੋਂ ਆਪਣੇ ਮਾਨਸਿਕ ਤੌਰ 'ਤੇ ਚੰਗੀ ਤਰ੍ਹਾਂ ਵਿਸ਼ਵਾਸ ਕਰਦਾ ਤਾਂ ਹੌਲੀ ਟਰੀਟਮੈਂਟ ਨੂੰ ਰਿਸਪੌਂਡ ਕਰ ਜਾਂਦਾ। ਅਜੇ ਤਾਂ ਆਪਾਂ ਨੂੰ ਬਾਹਰਲੀਆਂ ਰਿਪੋਰਟਾਂ, ਜੋ ਬਾਹਰਲੀਆਂ ਆਪਾਂ ਰਿਪੋਰਟਾਂ ਆਪਣੇ ਕੋਲ ਆਈਆਂ, ਆਪਾਂ ਉਸ ਮੁਤਾਬਕ ਆਪਾਂ ਜੋ ਦੇਖੀਆਂ ਉਸ ਮੁਤਾਬਕ ਆਪਾਂ ਇੱਕ ਮੈਡੀਕਲ ਟਰੀਟਮੈਂਟ ਸ਼ੁਰੂ ਕੀਤਾ, ਟਰਾਇਲ ਸ਼ੁਰੂ ਕੀਤੇ ਆ। ਨਹੀਂ ਫਰਕ ਪਊਗਾ ਤਾਂ ਆਪਾਂ ਇੱਥੋਂ ਵੈਲੂਏਟ ਇੱਕ ਵਾਰ ਕਰਾਵਾਂਗੇ ਸਾਰਾ। ਸੋ ਡਾਕਟਰ ਸਾਹਿਬ ਹੁਣਾਂ ਨੇ ਬਹੁਤ ਹੀ ਅਹਿਮ ਜਾਣਕਾਰੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ, ਅਤੇ ਡਾਕਟਰ ਸਾਹਿਬ ਹੁਣਾਂ ਦਾ ਧੰਨਵਾਦ ਬਹੁਤ। ਅੱਗੇ ਡਾਕਟਰ ਸਾਹਿਬ ਹੁਣਾਂ ਨੇ ਭੈਣ ਰਣਜੀਤ ਕੌਰ ਹੁਣਾਂ ਦੀਆਂ ਰਿਪੋਰਟਾਂ ਦੇਖ ਕੇ ਮੈਡੀਸਨ ਲਿਖ ਦਿੱਤੀ ਹੈ ਕਿ 1 ਹਫ਼ਤਾ ਉਹਨਾਂ ਨੂੰ ਮੈਡੀਸਨ ਖਾਣ ਦੀ ਲੋੜ ਹੈ। ਉਹਦੇ ਤੋਂ ਬਾਅਦ ਜੇ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਇੰਪਰੂਵਮੈਂਟ ਆਉਂਦਾ ਹੈ ਤਾਂ ਫਿਰ ਲਗਾਤਾਰ ਦਵਾਈ ਚੱਲੇਗੀ, ਨਹੀਂ ਤਾਂ ਫਿਰ ਅੱਗੇ ਜੋ ਵੀ ਟੈਸਟ ਕਰਵਾਉਣੇ ਪੈਣਗੇ ਜਾਂ ਰਿਪੋਰਟ ਆਉਣਗੀਆਂ ਉਹਦੇ ਮੁਤਾਬਕ ਭੈਣ ਰਣਜੀਤ ਕੌਰ ਹੁਣਾਂ ਦਾ ਇਲਾਜ ਕੀਤਾ ਜਾਵੇਗਾ। ਸੋ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਜਿਵੇਂ ਆਪ ਸਭ ਸੰਗਤਾਂ ਭੈਣ ਰਣਜੀਤ ਕੌਰ ਅਤੇ ਹੋਰ ਵੀ ਲੋੜਵੰਦ ਪਰਿਵਾਰਾਂ ਦੀ ਜਿਹੜੇ ਮੈਡੀਕਲ ਸਹੂਲਤ ਤੋਂ ਵਾਂਝੇ ਹਨ, ਜਿਵੇਂ ਡਾਕਟਰ ਸਾਹਿਬ ਹੁਣਾਂ ਨੇ ਦੱਸਿਆ ਕਿ ਕਈ ਵਾਰੀ ਮਰੀਜ਼ ਦੀ ਇਹ ਗੱਲ ਹੁੰਦੀ ਆ ਵੀ ਉਹਨਾਂ ਦਾ ਫਾਈਨੈਂਸ਼ੀਅਲੀ ਪੱਖ ਬਹੁਤ ਮਾੜਾ ਹੁੰਦਾ ਹੈ, ਘਰ ਦੇ ਵਿੱਚ ਪੈਸੇ ਦੀ ਕਮੀ ਹੁੰਦੀ ਹੈ, ਅਤੇ ਉਹ ਫਿਰ ਇੱਕ ਡਾਕਟਰ ਨੂੰ ਛੱਡ ਕੇ ਦੂਸਰੇ ਡਾਕਟਰ ਤੋਂ ਚੱਲ ਜਾਂਦੇ ਨੇ, ਜਿਹਦੇ ਕਰਕੇ ਉਹਨਾਂ ਦੇ ਸਰੀਰ ਦਾ ਨੁਕਸਾਨ ਦੇ ਨਾਲ ਉਹਨਾਂ ਦੀ ਸੋਚ ਦਾ ਦਾਇਰਾ ਵੀ ਉੱਥੇ ਕੀ ਖਲੋ ਜਾਂਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਅਤੇ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਜਿਵੇਂ ਸਾਡਾ ਸਿਧਾਂਤ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਕਿ ਜੇ ਅਸੀਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਅਸੀਂ ਗੁਰੂ ਦੀ ਗੋਲਕ ਦੇ ਵਿੱਚ ਪੈਸਾ ਪਾ ਰਹੇ ਹਾਂ। ਸੋ ਆਪ ਸਭ ਸੰਗਤਾਂ ਤੋਂ ਇਹੀ ਆਸ ਕਰਦੇ ਹਾਂ ਕਿ ਜਿਵੇਂ ਹੋਰਨਾਂ ਲੋੜਵੰਦਾਂ ਪਰਿਵਾਰਾਂ ਦੀ ਆਪ ਮਦਦ ਕਰ ਰਹੇ ਹੋ ਅਤੇ ਭੈਣ ਰਣਜੀਤ ਕੌਰ ਦੀ ਵੀ ਬਾਂਹ ਫੜੋਗੇ। ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ, ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਉਦਮ ਉਪਰਾਲੇ ਸਦਕਾ ਸੰਗਤ ਏਡ ਮੈਡੀਕਲ ਕੇਅਰ ਫੰਡ ਵੱਲੋਂ ਪਿੰਡ ਝੰਡੇਰ ਦੇ ਰਹਿਣ ਵਾਲੇ ਪਿਛਲੇ 12 ਕੁ ਸਮੇਂ ਤੋਂ ਪੱਥਰੀਆਂ ਦੀ ਦਰਦ ਦੇ ਨਾਲ ਪੀੜਤ ਸਨ। ਲਗਭਗ ਕਾਫੀ ਸਮਾਂ ਉਹਨਾਂ ਨੇ ਡਾਕਟਰ ਸਾਹਿਬ ਜਿਹੜੇ ਨੇੜੇ ਸੀ ਜਾਂ ਹੋਰ ਜਾ ਕੇ ਉਹਨਾਂ ਤੋਂ ਇਲਾਜ ਕਰਵਾਇਆ, ਪਰ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪਿਆ। ਫਿਰ ਉਹਨਾਂ ਨੇ ਸੰਗਤ ਜੀ ਆਪ ਸਭ ਸੰਗਤਾਂ ਦੇ ਅੱਗੇ ਗੁਹਾਰ ਲਾਈ ਸੀ ਕਿ ਸਾਡੀ ਮਦਦ ਕੀਤੀ ਜਾਵੇ। ਸੋ ਅਸੀਂ ਪਰਸੋਂ ਰੋਜ਼ ਤੋਂ ਭੈਣ ਰਣਜੀਤ ਕੌਰ ਜੀ ਹੁਣਾਂ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਹਸਪੀਟਲ ਵਿੱਚ ਐਡਮਿਟ ਕਰਵਾਇਆ ਸੀ, ਅਤੇ ਉਹਨਾਂ ਦੇ ਕੁਛ ਡਾਕਟਰ ਸਾਹਿਬ ਹੁਣਾਂ ਨੇ ਟੈਸਟ ਦੱਸੇ ਸੀ, ਅਤੇ ਉਹ ਟੈਸਟਾਂ ਦੀ ਰਿਪੋਰਟ ਵੀ ਆ ਗਈ ਹੈ, ਅਤੇ ਡਾਕਟਰ ਸਾਹਿਬ ਹੁਣੀ ਵੀ ਸਾਡੇ ਕੋਲ ਮੌਜੂਦ ਨੇ, ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਾਂਗੇ ਕਿ ਭੈਣ ਰਣਜੀਤ ਕੌਰ ਜੀ ਹੁਣਾਂ ਨੂੰ ਅਸਲ ਦੇ ਵਿੱਚ ਸਮੱਸਿਆ ਕੀ ਹੈ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਡਾਕਟਰ ਸਾਹਿਬ, ਰਿਪੋਰਟਾਂ ਆ ਗਈਆਂ ਨੇ ਭੈਣ ਰਣਜੀਤ ਕੌਰ ਜੀ ਹੁਣਾਂ ਦੀਆਂ, ਅਤੇ ਕੀ ਆਇਆ ਇਹ ਰਿਪੋਰਟਾਂ ਦੇ ਵਿੱਚ? ਇਹਨਾਂ ਦੇ ਕੁਛ ਨਹੀਂ, ਬੇਸਿਕਲੀ ਜਦੋਂ ਆਪਾਂ ਪਹਿਲਾਂ ਜਿਹੜਾ ਆਪਾਂ ਨੂੰ ਸੀਗਾ ਵੀ ਪੱਥਰੀ ਆ ਜਾਂ ਕੁਛ ਹੋਰ ਆ, ਉਹ ਵੈਲੂਏਟ ਕਰਕੇ ਪਤਾ ਲੱਗਿਆ ਵੀ ਪੱਥਰੀ ਤਾਂ ਨਹੀਂ ਆ ਕੋਈ। ਜਿਹੜੀ ਦਰਦ ਹੋ ਰਹੀ ਆ ਉਹ ਇਹਨਾਂ ਦੇ ਪੇਟ ਦੇ ਵਿੱਚ, ਜਿਹੜੇ ਪਹਿਲਾਂ ਆਪਾਂ ਸੋਚਦੇ ਸੀ ਇੱਕ ਸੈਕਿੰਡ ਆਪਸ਼ਨ ਸੀ ਕਿ ਵੀ ਅਲਸਰਸ ਹੋ ਸਕਦੇ ਆ, ਉਹ ਐਂਡੋਸਕੋਪੀ 'ਤੇ ਪਤਾ ਲੱਗਿਆ ਵੀ ਅਲਸਰਸ ਹੈਗੇ ਆ। ਸੋ ਅਲਸਰ ਦਾ ਟਰੀਟਮੈਂਟ, ਜੋ ਮੈਡੀਕਲ ਟਰੀਟਮੈਂਟ ਬਣਦਾ ਟਰੀਟਮੈਂਟ, ਉਹ ਸ਼ੁਰੂ ਕਰ ਦਿੱਤਾ ਗਿਆ, ਅਤੇ ਉਹ ਵਿਦ ਟਾਈਮ ਹੌਲੀ ਰਿਸਪੌਂਡ, ਜਿਵੇਂ ਵੀ ਪੇਸ਼ੈਂਟ ਰਿਸਪੌਂਡ ਕਰੂਗਾ ਉਹਨੂੰ ਟਾਈਮ ਲੱਗਦਾ ਹੁੰਦਾ ਥੋੜ੍ਹਾ ਜਿਹਾ, ਠੀਕ ਹੁੰਦਿਆਂ ਨੂੰ ਵੀ ਕੁਛ ਟਾਈਮ ਲੱਗੂਗਾ। ਠੀਕ ਹੈ ਡਾਕਟਰ ਸਾਹਿਬ, ਇਹਨਾਂ ਨੇ ਪਿਛਲੇ ਕਹਿੰਦੇ ਨੇ ਵੀ 12 ਸਾਲ ਤੋਂ ਅਸੀਂ ਦਵਾਈ ਖਾ ਰਹੇ ਹਾਂ, ਅਤੇ ਫਿਰ ਇਹਨਾਂ ਨੂੰ ਦਰਦ ਦਾ ਆਰਾਮ ਕਿਉਂ ਨਹੀਂ ਆ ਰਿਹਾ? ਜਿਹੜੇ ਅਲਸਰਸ ਹੁੰਦੇ ਆ ਜੀ, ਬੇਸਿਕਲੀ ਇਹ ਸਟ੍ਰੈਸ ਇੰਡਿਊਸਡ, ਜਾਂ ਤੁਸੀਂ ਕਹਿ ਸਕਦੇ ਹੋ ਟੈਨਸ਼ਨ ਦੇ ਨਾਲ ਵੱਧ ਜਾਂਦੇ। ਸੋ ਅਗਰ ਪੇਸ਼ੈਂਟ ਕਿਸੇ ਕਾਰਨ ਕਰਕੇ ਇੱਕ ਪ੍ਰੋਪਰ ਟਰੀਟਮੈਂਟ ਦੇ ਅਧੀਨ ਨਹੀਂ ਚੱਲਦਾ ਜਾਂ ਕੁਛ ਹੋਰ ਆ, ਵਿਦ ਟਾਈਮ ਉਹਦਾ ਸਟ੍ਰੈਸ ਜਾਂ ਉਹ ਲੈਵਲ ਵੱਧਦਾ ਜਾਂਦਾ, ਜਿਹਦੇ ਨਾਲ ਕਿ ਐਸਿਡ ਜਾਂ ਜਿਹੜਾ ਤੇਜ਼ਾਬ ਦੀ ਮਾਤਰਾ ਉਹ ਵੱਧਦੀ ਹੈ। ਜਦੋਂ ਵੱਧਦੀ ਹੈ ਤਾਂ ਅਲਸਰਸ ਜਿਹੜੇ ਆਟੋਮੈਟਿਕਲੀ ਲੰਬੇ ਚੱਲ ਜਾਣ ਕਰਕੇ ਅੰਦਰ ਇੱਕ ਤਰ੍ਹਾਂ ਨਾਲ ਜ਼ਖਮ ਹੁੰਦੇ ਆ, ਉਹ ਠੀਕ ਹੁੰਦਿਆਂ ਨੂੰ ਕਈ ਵਾਰ ਟਾਈਮ ਲੱਗ ਜਾਂਦਾ। ਮੈਂ ਇਹ ਗੱਲ ਹੋਰ ਪੁੱਛਣਾ ਨਾ, ਕਿਉਂਕਿ ਲੰਮੇ ਸਮੇਂ ਤੋਂ ਇਹ ਦਵਾਈ ਖਾ ਰਹੇ ਨੇ, ਅਤੇ ਲਗਭਗ ਕਹਿੰਦੇ ਵੀ ਇਹੀ ਦਵਾਈ ਜਿਹੜੀ ਆ ਉਹ ਬਾਰ-ਬਾਰ ਜਿੱਥੇ ਵੀ ਗਏ ਉਹ ਖਾਧੀ ਹੈ, ਕਿ ਇਹ ਪੱਥਰੀਆਂ ਦੀ ਦਵਾਈ ਖਾਣ ਦੇ ਨਾਲ ਇਹ ਅਲਸਰ ਹੋ ਗਿਆ ਕਿਉਂਕਿ ਜ਼ਿਆਦਾ ਜਦੋਂ ਦਵਾਈ ਖਾਂਦੇ ਰਹੇ? ਨਹੀਂ, ਮੈਂ ਇਹ ਨਹੀਂ ਕਹਿ ਸਕਦਾ ਵੀ ਪੱਥਰੀਆਂ ਦੀ ਦਵਾਈਆਂ ਕਰਕੇ ਅਲਸਰ ਹੋ ਗਿਆ, ਬਟ ਕਈ ਵਾਰ ਕੋਈ ਦਰਦ ਦੀ ਗੋਲੀਆਂ ਲੰਬੇ ਤੌਰ 'ਤੇ ਵੀ ਕਈ ਵਾਰ ਖਾਧੀਆਂ ਜਾਂਦੀਆਂ
ਪੇਸ਼ੈਂਟਸ ਤੋਂ, ਅਤੇ ਉਹ ਦਰਦ ਦੀ ਗੋਲੀਆਂ ਜਿਹੜੀਆਂ ਹੁੰਦੀਆਂ ਉਹ ਫਿਰ ਫਰਦਰ ਜਿਹੜਾ ਹੁੰਦਾ ਆਪਣਾ ਤੇਜ਼ਾਬੀ ਮੈਦਾ ਹੋਰ ਜ਼ਿਆਦਾ ਵਧਾ ਦਿੰਦੇ ਆ, ਅਤੇ ਉਹਦੇ ਕਰਕੇ ਵੀ ਅਲਸਰਸ ਹੋਰ ਵੱਧ ਸਕਦੇ ਆ। ਹਾਂਜੀ। ਸੋ ਡਾਕਟਰ ਸਾਹਿਬ ਇਹ ਕਿੰਨਾ ਕੁ ਲੰਮਾ ਸਮਾਂ ਇਹਨਾਂ ਦਾ ਟ੍ਰੀਟਮੈਂਟ ਚੱਲੇਗਾ ਜਿਸ ਨਾਲ ਇਹ ਠੀਕ ਹੋ ਜਾਣਗੇ? ਇਹ ਤਾਂ ਦੇਖੋ ਡਿਪੈਂਡ ਕਰਦਾ ਜੀ ਕਿੰਨਾ ਟਰੀਟਮੈਂਟ ਨੂੰ ਕਿੱਦਾਂ ਰਿਸਪੌਂਸ ਆਉਂਦਾ। ਅਲਸਰਸ ਹੈਗੇ ਆ ਤਾਂ ਇਹਦਾ ਬਣਦਾ ਟਰੀਟਮੈਂਟ ਇਹੀ ਹੈ, ਮੈਡੀਕਲ ਟਰੀਟਮੈਂਟ। ਹੌਲੀ ਹੌਲੀ ਜਿਉਂ ਉਹਦਾ ਤੇਜ਼ਾਬ ਅੰਦਰੋਂ ਘਟੂਗਾ ਬਾਡੀ ਦੇ ਵਿੱਚੋਂ, ਅਤੇ ਜ਼ਖਮ ਹੌਲੀ ਹੌਲੀ ਹੀਲਿੰਗਸ ਵੱਲ ਨੂੰ ਜਾਂ ਜ਼ਖਮ ਭਰਨ ਵੱਲ ਨੂੰ ਜਾਣਗੇ। ਸੋ ਡਾਕਟਰ ਸਾਹਿਬ ਹੁਣਾਂ ਨੇ, ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਨਾਲ ਜਿਹੜੀ ਅਹਿਮ ਜਾਣਕਾਰੀ ਸੀ, ਕੱਲ੍ਹ ਡਾਕਟਰ ਸਾਹਿਬ ਹੁਣਾਂ ਨੇ ਜਿਹੜੇ ਕੁਛ ਬਾਹਰੋਂ ਟੈਸਟ ਲਿਖੇ ਸੀ ਉਹ ਸਾਰੇ ਹੀ ਆ ਗਏ ਸੀ, ਅਤੇ ਪੱਥਰੀ ਦੀ ਤਾਂ ਕੋਈ ਡਾਕਟਰ ਸਾਹਿਬ ਹੁਣੇ ਕਹਿੰਦੇ ਕੋਈ ਸ਼ਿਕਾਇਤ ਨਹੀਂ ਹੈਗੀ, ਪਰ ਲੰਮਾ ਸਮਾਂ ਦਵਾਈ ਖਾਣ ਕਾਰਨ ਜਾਂ ਤੇਜ਼ਾਬ ਬਣਨ ਕਾਰਨ ਪੇਟ ਦੇ ਵਿੱਚ ਜਿਹੜੇ ਆ ਉਹ ਅਲਸਰ ਹੋ ਗਿਆ ਹੈ। ਅਤੇ ਬਾਕੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਿ ਆਪ ਨੇ ਇਵੇਂ ਹੀ ਸਹਿਯੋਗ ਜਿਵੇਂ ਪਿਛਲੇ ਜਿੰਨੇ ਵੀ ਮਰੀਜ਼ ਉਹਨਾਂ ਦਾ ਕੀਤਾ ਹੈ, ਅਤੇ ਭੈਣ ਰਣਜੀਤ ਕੌਰ ਹੁਣਾਂ ਦਾ ਵੀ ਕਰਨਾ ਹੈ, ਤਾਂ ਜੋ ਇਹ ਤੰਦਰੁਸਤ ਹੋ ਕੇ ਅਤੇ ਆਪਣੇ ਪਰਿਵਾਰ ਦੇ ਵਿੱਚ ਜਾ ਸਕਣ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਕੁ ਸੁਧਾਰ ਹੈ ਅੱਗੇ ਸਿਹਤ ਦੇ ਵਿੱਚ? ਭਾਜੀ ਦਰਦ ਦਾ ਥੋੜ੍ਹਾ ਬਹੁਤਾ ਫਰਕ ਪੈਂਦਾ ਵਾ, ਪਰ ਫਿਰ ਵਿੱਚੋਂ ਹੁੰਦਿਆ ਪੈਂਦੀ ਆ, ਵਿੱਚੋਂ ਹੀ ਹਟ ਜਾਂਦੀ ਹੈ ਅਤੇ ਵਿੱਚੋਂ ਹੀ ਹੁੰਦਿਆ ਪੈਂਦੀ ਹੈ। ਠੀਕ ਹੈ, ਕੋਈ ਗੱਲ ਨਹੀਂ ਭੈਣ ਜੀ, ਅਸੀਂ ਸੰਗਤ ਵੱਲੋਂ ਇਹ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਾਂ ਕਿ ਨਹੀਂ, ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। ਸੰਗਤਾਂ ਕਦੀ ਵੀ ਜੋ ਇਹਨਾਂ ਦੇ ਕੋਲ ਆਸ ਕਰਕੇ ਆਉਂਦਾ ਹੈ, ਸੰਗਤਾਂ ਕਦੀ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਦਾ ਇਹ ਭਰੋਸਾ ਹੈ ਕਿ ਉਹ ਕਦੀ ਵੀ ਵਿਚਾਲੇ ਬਾਂਹ ਨਹੀਂ ਛੱਡਦੇ, ਅਤੇ ਅਸੀਂ ਵੀ ਆਪ ਸਭ ਸੰਗਤਾਂ ਦਾ ਸੁਨੇਹਾ ਤੁਹਾਨੂੰ ਦੇ ਰਹੇ ਹਾਂ ਕਿ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ। ਜਿੰਨਾ ਵੀ ਲੰਮਾ ਸਮਾਂ ਆਪ ਜੀ ਦਾ ਇਲਾਜ ਚੱਲੇਗਾ, ਅਤੇ ਉਹਨਾਂ ਸਮਾਂ ਹੀ ਸੰਗਤ ਏਡ ਦੀ ਪੂਰੀ ਟੀਮ ਅਤੇ ਸੰਗਤਾਂ ਆਪ ਜੀ ਦਾ ਸਹਿਯੋਗ ਕਰਦੀਆਂ ਰਹਿਣਗੀਆਂ। ਬਸ ਲੰਮਾ ਸਮਾਂ ਡਾਕਟਰ ਸਾਹਿਬ ਹੁਣਾਂ ਨੇ ਜਿਵੇਂ ਕਿਹਾ ਵਾ ਕਿ ਤੁਹਾਨੂੰ ਕੁਛ ਨਹੀਂ ਹੋਇਆ, ਸਿਰਫ ਅੰਦਰ ਕੀ ਹੈ ਜ਼ਖਮ ਆ, ਲੰਮਾ ਸਮਾਂ ਉਹਦਾ ਟਰੀਟਮੈਂਟ ਚੱਲਣਾ ਵਾ, ਅਤੇ ਜਿਵੇਂ ਜਿਵੇਂ ਆਪ ਦਵਾਈ ਖਾਈ ਜਾਓਗੇ, ਜਿਵੇਂ ਡਾਕਟਰ ਸਾਹਿਬ ਹੁਣਾਂ ਨੇ ਕਿਹਾ ਵੀ ਰਾਤ ਨਾਲੋਂ ਦਿਨੇ ਕੁਛ ਫਰਕ ਆ, ਇੱਦਾਂ ਹੀ ਹੌਲੀ ਹੌਲੀ ਆਪ ਜੀ ਨੂੰ ਫਰਕ ਪੈਂਦਾ ਜਾਵੇਗਾ, ਆਪ ਠੀਕ ਹੋ ਜਾਓਗੇ। ਬਾਕੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਜਿੱਥੇ ਆਪ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਇਹੋ ਜਿਹੇ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਸਹਾਇਤਾ ਕਰ ਰਹੇ ਹੋ, ਉੱਥੇ ਆਪ ਜੀ ਦੀਆਂ ਅਰਦਾਸਾਂ ਬੇਨਤੀਆਂ ਦੀ ਵੀ ਬੜੀ ਲੋੜ ਹੈ, ਕਿਉਂਕਿ ਜਿੱਥੇ ਕੋਈ ਨਹੀਂ ਸਹਾਈ ਹੁੰਦਾ ਉੱਥੇ ਗੁਰੂ ਆਪ ਆਣ ਕੇ ਜਿਹੜੇ ਡੁੱਬਦਿਆਂ ਨੂੰ ਉਹ ਤਾਰਦਾ ਏ ਅਤੇ ਭੁੱਲਿਆਂ ਭਟਕਿਆਂ ਨੂੰ ਰਾਹ ਵਿਖਾਉਂਦਾ ਏ। ਸੋ ਆਪ ਜੀ ਦੀਆਂ ਅਸੀਸਾਂ ਦੀ ਵੀ ਬੜੀ ਲੋੜ ਹੈ। ਮਹਾਰਾਜ ਦੀ ਬਾਣੀ ਦਾ ਅਸੀਂ ਵਾਕ ਪੜ੍ਹਦੇ ਹਾਂ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਕਿ ਗੁਰੂ ਪਿਆਰੀ ਸਾਧ ਸੰਗਤ ਜੀ ਕਦੇ ਵੀ ਸੇਵਕਾਂ ਦੀ ਜਿਹੜੀ ਅਰਦਾਸ ਬੇਨਤੀ ਉਹ ਬਿਰਥੀ ਨਹੀਂ ਜਾਂਦੀ। ਸੋ ਜਿੱਥੇ ਭੈਣ ਰਣਜੀਤ ਕੌਰ ਨੂੰ ਆਪ ਜੀ ਦੇ ਸਾਥ ਦੀ ਲੋੜ ਹੈ, ਉੱਥੇ ਆਪ ਜੀ ਦੀਆਂ ਅਰਦਾਸਾਂ ਅਤੇ ਅਸੀਸਾਂ ਦੀ ਵੀ ਬੜੀ ਲੋੜ ਹੈ। ਸੋ ਇਸ ਕਰਕੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਆਪ ਸਭ ਸੰਗਤਾਂ ਨੇ ਵੱਧ ਤੋਂ ਵੱਧ ਸਹਿਯੋਗ ਕਰਨਾ ਹੈ, ਤਾਂ ਜੋ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਜਿਹੜੀ ਪੂਰੀ ਟੀਮ ਆ ਉਹ ਹੋਰ ਲੋੜਵੰਦ ਪਰਿਵਾਰਾਂ ਦੀ ਜਿਹੜੀ ਆ ਉਹ ਸਹਾਇਤਾ ਕਰ ਸਕੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਕੋਈ ਬੇਨਤੀ ਕਰਨੀ ਚਾਹੁੰਦੇ ਹੋ ਵੀਰ ਜੀ? ਸੰਗਤ ਨੂੰ ਇਹ ਭਾਈ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਸਾਡਾ ਅੱਗੇ ਇਲਾਜ ਕਰਵਾ ਰਹੇ ਆ, ਇਵੇਂ ਸਾਡਾ ਹੋਰ ਵੀ ਜਿਹੜਾ ਵੀ ਹੋ ਸਕੇ ਇਲਾਜ ਕਰਵਾ ਦੇ। ਸੰਗਤ ਨੇ ਚਲੋ ਉਦਮ ਉਪਰਾਲਾ ਕੀਤਾ ਅਤੇ ਦਾਖਲ ਕਰਵਾ ਦਿੱਤਾ ਭੈਣ ਜੀ ਉਹਨਾਂ ਨੂੰ। ਅੱਗੇ ਡਾਕਟਰ ਸਾਹਿਬ ਉਹਨਾਂ ਨੇ ਉਹਨਾਂ ਦੀ ਜਿਹੜੀ ਪੜ੍ਹਾਈ ਹੈ, ਉਹਨਾਂ ਦੇ ਜੋ ਦਿਮਾਗ ਦੇ ਵਿੱਚ ਉਹਨਾਂ ਦੀ ਵਿੱਦਿਆ ਦੀ ਸਮਝ ਆ, ਉਹ ਤਰੀਕੇ ਦੇ ਨਾਲ ਉਹਨਾਂ ਨੇ ਟਰੀਟਮੈਂਟ ਕਰਨਾ। ਸੋ ਇਸ ਕਰਕੇ ਆਪ ਇੱਦਾਂ ਡੋਲੋ ਨਾ, ਆਪ ਨੇ ਸਗੋਂ ਹੌਸਲਾ ਦੇਣਾ ਹੈ ਭੈਣ ਜੀ ਉਹਨਾਂ ਨੂੰ। ਜੇ ਤੁਸੀਂ ਇੱਦਾਂ ਮਨ ਕਰਕੇ ਡੋਲੋਗੇ ਅਤੇ ਫਿਰ ਉਹਨਾਂ ਨੂੰ ਹੌਸਲਾ ਕੌਣ ਦੇਵੇਗਾ? ਅਤੇ ਇੱਦਾਂ ਚੜ੍ਹਦੀ ਕਲਾ ਵਿੱਚ ਆਪ ਰਹੋਗੇ ਅਤੇ ਫਿਰ ਉਹਨਾਂ ਨੂੰ ਵੀ ਵੇਖ ਕੇ ਆਪ ਨੂੰ ਵੱਲੇ ਹੌਸਲਾ ਆਊਗਾ। ਅਤੇ ਜੇ ਤੁਸੀਂ ਇੱਦਾਂ ਕਰੋਗੇ ਅਤੇ ਫਿਰ ਉਹਨਾਂ ਨੇ ਵੀ ਡੋਲਣਾ। ਤੁਹਾਡੇ ਬੱਚੇ ਨੇ, ਤੁਸੀਂ ਜਾ ਕੇ ਉਹਨਾਂ ਨੂੰ ਵੀ ਦੇਖਣਾ ਵਾ, ਉਹਨਾਂ ਦੀ ਵੀ ਪਾਲਣ ਪੋਸ਼ਣਾ ਕਰਨੀ ਆ। ਸੋ ਇਹ ਵਕਤ ਉਹਨਾਂ ਦਾ ਜਿਹੜਾ ਮਾਨਸਿਕ ਪੱਧਰ ਹੈ ਉਹ ਤਾਂ ਡਿੱਗਾ ਹੋਇਆ ਹੈ, ਅਤੇ ਪਰ ਆਪ ਜੀ ਦੇ ਅੱਗੇ ਇਹ ਬੇਨਤੀ ਹੈ ਕਿ ਆਪ ਕੀ ਨਾਲ ਲਈਦਾ ਵਾ, ਉਹਨਾਂ ਨੂੰ ਹੌਸਲਾ ਦਿਓ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਭੈਣ ਰਣਜੀਤ ਕੌਰ ਉਹਨਾਂ ਨੂੰ ਜਿਹੜਾ ਭਰਮ ਪਿਆ ਹੋਇਆ ਕਿ ਮੇਰੇ ਘਰੇ ਪੱਥਰੀਆਂ, ਅਤੇ ਉਹਦਾ ਕਾਰਨ ਇਹ ਆ ਕਿ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਦਵਾਈ ਖਾਂਦਿਆਂ ਹੋਇਆਂ। ਇੱਕ ਮੈਂਟੈਲਿਟੀ ਵੀ ਇਹਨਾਂ ਦੀ ਇਵੇਂ ਦੀ ਬਣ ਗਈ ਹੈ। ਸੋ ਇਸ ਕਰਕੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਹੁਣ ਕਾਉਂਸਲਿੰਗ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਵੀ ਉਹਦੀ ਲੋੜ ਹੈ, ਅਤੇ ਇੱਕ ਭਰੋਸਾ ਵਿਸ਼ਵਾਸ ਬਣਾਉਣ ਦੀ ਕਿ ਮੈਂ ਬਿਮਾਰ ਨਹੀਂ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਡਾਕਟਰ ਸਾਹਿਬ ਉਹਨਾਂ ਨੇ ਕਿਹਾ ਹੈ ਕਿ ਲੰਮਾ ਸਮਾਂ ਭੈਣ ਰਣਜੀਤ ਕੌਰ ਉਹਨਾਂ ਦੀ ਜਿਹੜੀ ਇਹ ਦਵਾਈ ਚੱਲਣੀ ਹੈ। ਇਲਾਜ ਤਾਂ ਭੈਣ ਜੀ ਉਹਨਾਂ ਦਾ ਚੱਲ ਰਿਹਾ ਹੈ, ਪਰ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਹਫ਼ਤੇ ਬਾਅਦ ਆਣ ਕੇ ਆਪਣਾ ਚੈੱਕਅਪ ਕਰਾ ਸਕਦੇ ਨੇ।
ਤੇ ਡਾਕਟਰ ਸਾਹਿਬ ਉਹਨਾਂ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੀ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਹੈ। ਸੋ ਇਹ ਸਾਰੀ ਗੱਲਬਾਤ ਡਾਕਟਰ ਸਾਹਿਬ ਉਹਨਾਂ ਨੇ ਆਪ ਸਭ ਸੰਗਤਾਂ ਦੇ ਨਾਲ ਜਿਹੜੀ ਇਹ ਸਾਂਝੀ ਕੀਤੀ ਹੈ। ਬਾਕੀ ਲੰਮਾ ਸਮਾਂ ਇਹਨਾਂ ਦਾ ਟ੍ਰੀਟਮੈਂਟ ਚੱਲਣਾ ਹੈ ਤੇ ਤੁਸੀਂ ਦੇਖਿਆ ਹੈ ਕਿ ਪਰਿਵਾਰ ਡੋਲਿਆ ਹੋਇਆ ਹੈ, ਕਿਉਂਕਿ 12 ਸਾਲ ਹੋ ਗਏ ਨੇ ਗੁਰੂ ਪਿਆਰੀ ਸਾਧ ਸੰਗਤ ਜੀ। ਕੋਈ ਛੋਟਾ ਵਕਬਾ ਨਹੀਂ ਹੁੰਦਾ ਇਹ 12 ਸਾਲਾਂ ਦਾ, ਜਿਸ ਦੇ ਕਾਰਨ ਇਹ ਜਿਹੜੀ ਪੀੜ ਦੇ ਵਿੱਚੋਂ ਇਹ ਗੁਜ਼ਰ ਰਹੇ ਨੇ ਇਹ ਇਹੀ ਜਾਣ ਸਕਦੇ ਨੇ। ਤੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਸਾਥ ਦਿਓ ਤਾਂ ਜੋ ਅਸੀਂ ਹੋਰ ਗਰੀਬ ਗੁਰਬੇ ਲੋੜਵੰਦ ਪਰਿਵਾਰ ਦੀ ਮਦਦ ਕਰ ਸਕੀਏ। ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ